ਕੱਲ੍ਹ ਦੇ ਪਰਿਕਰਣ ਨੂੰ ਖਿਆਲ ਵਿੱਚ ਰੱਖ ਕੇ ਸੁਣਿਓ। ਮੂਸਨਹਾਰ ਪੰਚ ਬਟਵਾਰੇ, ਸੋਨੇ ਨਗਰ ਪਰੇ ਠਗਹਾਰੇ। ਉਨ ਤੇ ਰਾਖੈ ਬਾਪ ਨ ਮਾਈ, ਉਨ ਤੇ ਰਾਖੈ ਮੀਤ ਨ ਭਾਈ। ਦਰਬ ਸਿਆਣਪ ਨਾਉਏ ਰਹਤੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਕਹਿੰਦੇ ਹਨ ਵੀ ਇਹ ਜਿਹੜੇ ਮੂਸਨਹਾਰ ਪੰਚ ਬਟਵਾਰੇ ਲੁੱਟ ਰਹੇ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਤੋਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਹੁਣ ਤੇ ਰਾਖੈ ਬਾਪ ਨਾ ਮਾਈ, ਹੁਣ ਤੇ ਰਾਖੈ ਮੀਤ ਨਾ ਪਾਈ। ਕੋਈ ਨਹੀਂ ਬਚਾ ਸਕਦਾ। ਸੰਸਾਰ ਦੇ ਵਿੱਚ ਨਹੀਂ ਬਚਾ ਸਕਦਾ, ਸੰਸਾਰੀ ਨਹੀਂ ਬਚਾ ਸਕਦਾ, ਸੰਸਾਰ ਨਾਲ ਜੁੜਿਆ ਹੋਇਆ ਨਹੀਂ ਬਚਾ ਸਕਦਾ। ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ? ਕਹਿੰਦੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਸਾਧ ਸੰਗ, ਸਾਧ ਸੰਗ ਕੀ ਹੈ? ਕਿਹਨੂੰ ਕਹਿੰਦੇ ਹਨ ਸਾਧ ਸੰਗ? ਉੱਦਾਂ ਤੇ ਧਾਰਮਿਕ ਲੋਕ ਜਿੱਥੇ ਵੀ ਇਕੱਠ ਕਰਦੇ ਹਨ ਤਾਂ ਉਸ ਇਕੱਠ ਨੂੰ ਹੀ ਸਾਧ ਸੰਗ ਕਹਿ ਦਿੰਦੇ ਹਨ। ਭਾਵੇਂ ਕਿਤੇ ਦੇਵੀ ਦੇਵਤਾ ਦੀ ਜਗ੍ਹਾ 'ਤੇ ਹੋਇਆ ਹੋਵੇ, ਭਾਵੇਂ ਕਿਸੇ ਮੁਸਲਮਾਨ ਦੀ ਜਗ੍ਹਾ 'ਤੇ ਹੋਇਆ ਹੋਵੇ, ਭਾਵੇਂ ਕਿਸੇ ਧਾਰਮਿਕ ਸਥਾਨ 'ਤੇ ਹੋਇਆ ਹੋਵੇ, ਜਾਂ ਧਾਰਮਿਕ ਲੋਕ ਵੀ ਕਰਦੇ ਹਨ ਇਕੱਠ। ਅਤੇ ਹਰ ਧਰਮ ਦੇ ਲੋਕ ਇਹ ਇਕੱਠ ਕਰਦੇ ਹਨ। ਨਾਮ ਅਲੱਗ ਅਲੱਗ ਹੋ ਸਕਦੇ ਹਨ। ਕੋਈ ਸਤਸੰਗ ਕਹਿ ਦਿੰਦਾ, ਕੋਈ ਨਾਮ ਚਰਚਾ ਕਹਿ ਦਿੰਦਾ, ਕੋਈ ਗੁਰਮਤਿ ਸਮਾਗਮ ਕਹਿ ਦਿੰਦਾ, ਕੋਈ ਸੰਤ ਸਮਾਗਮ ਕਹਿ ਦਿੰਦਾ। ਨਾਮ ਵੱਖੋ ਵੱਖਰੇ ਹਨ, ਪਰ ਉਹ ਵਾਸਤਵਿਕ ਦੇ ਵਿੱਚ ਸਾਧ ਸੰਗ ਹੈ। ਸਾਧਕਾਂ ਦਾ ਸੰਗ। ਸਾਧਕ ਕੌਣ ਹਨ? ਸਾਧਕ ਉਹ ਹਨ ਜਿਨ੍ਹਾਂ ਨੇ ਸੱਤ ਪੁਰਸ਼ਾਂ ਦਾ ਸੰਗ ਕੀਤਾ ਹੋਇਆ। ਸੱਤ ਪੁਰਸ਼ ਉਹ ਹਨ, ਸੰਤ ਉਹ ਹਨ ਜਿਹੜੇ ਸੱਤ ਦੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦਾ ਝੂਠ ਤੋਂ ਟੋਟਲ ਛੁਟਕਾਰਾ ਹੋ ਗਿਆ। ਉਹਨਾਂ ਦੇ ਨਾਲ ਜੁੜਨ ਵਾਲਾ ਵੀ ਸੱਤ ਦੇ ਨਾਲ ਜੁੜੇਗਾ ਹੀ। ਜਿਵੇਂ ਭਾਈ ਮੰਝ ਜੀ ਸਨ, ਜਿਵੇਂ ਭਾਈ ਭਿਖਾਰੀ ਜੀ ਸਨ, ਸਤਿਪੁਰਸ਼ ਦੇ ਨਾਲ ਜੁੜੇ ਹੋਏ ਸਨ। ਉਹਨਾਂ ਦਾ ਸੰਗ ਕਰਨ ਵਾਲੇ ਸਾਧ ਸੰਗੀ ਹਨ। ਪਰ ਜਿਵੇਂ ਤੁਸੀਂ ਇਕੱਠ ਦੇਖਦੇ ਹੋ ਧਾਰਮਿਕ ਸਥਾਨਾਂ 'ਤੇ, ਧਾਰਮਿਕ ਲੋਕ ਕਰਦੇ ਹਨ, ਅਗਰ ਉਹਨਾਂ ਦੇ ਵਿੱਚ ਕਿਸੇ ਨੇ ਸਤਿਪੁਰਸ਼ ਦਾ ਸੰਗ ਨਹੀਂ ਕੀਤਾ ਹੈ, ਜਾਂ ਕੋਈ ਸੱਤ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਤਾਂ ਉੱਥੇ ਸਾਧ ਸੰਗ ਨਹੀਂ ਹੋਵੇਗਾ। ਉਸੇ ਇਹ ਦੁਸ਼ਟ ਵਸ ਨਹੀਂ ਹੋਣਗੇ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਅਜੋਕੇ ਸਮੇਂ 'ਚ ਸਤਸੰਗ ਸਾਧ ਸੰਗ ਬਹੁਤ ਲੋਕ ਕਰ ਰਹੇ ਹਨ। ਆ ਸੋਸ਼ਲ ਮੀਡੀਆ 'ਤੇ ਹੋ ਰਿਹਾ ਹੈ ਸਤਸੰਗ ਲੋਕਾਂ ਦਾ, ਟੀਵੀ ਦੁਆਰਾ ਹੋ ਰਿਹਾ ਹੈ, ਅਤੇ ਬਹੁਤ ਲੋਕ ਕਰਦੇ ਹਨ। ਅਤੇ ਅਗਰ ਤੁਹਾਡਾ ਧਿਆਨ ਸਾਧ ਸੰਗ ਦੁਆਰਾ ਬਾਹਰੋਂ ਨਹੀਂ ਛੁੱਟ ਰਿਹਾ ਹੈ,
ਹੁਣ ਇਹ ਪੰਜ ਤੁਹਾਨੂੰ ਲੁੱਟਦੇ ਕਿਵੇਂ ਹਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਈ ਗੁਰਮੁਖ ਪਿਆਰੇ ਕਹਿੰਦੇ ਵੀ ਹਨ ਵੀ ਇਹਨਾਂ ਤੋਂ ਤੁਸੀਂ ਬਚਾਓ, ਤੁਸੀਂ ਬਚਾ ਸਕਦੇ ਹੋ। ਨਹੀਂ, ਤੁਸੀਂ ਬਚ ਸਕਦੇ ਹੋ। ਪਹਿਲਾਂ ਸਮਝੋ ਵੀ ਲੁੱਟ ਕਿਵੇਂ ਰਹੇ ਹਨ। ਤੁਹਾਡਾ ਧਿਆਨ ਬਾਹਰ ਸੰਸਾਰ ਵਿੱਚ ਲਾਉਂਦੇ ਹਨ। ਮੋਹ, ਤੁਸੀਂ ਮੋਹਿਤ ਹੋ ਜਾਂਦੇ ਹੋ ਜਿਨ੍ਹਾਂ ਨੂੰ ਆਪਣੇ ਸਮਝ ਲੈਂਦੇ ਹੋ ਤੁਸੀਂ, ਉਹਨਾਂ ਵੱਲ ਤੁਹਾਡਾ ਧਿਆਨ ਜਾਂਦਾ ਹੈ। ਉਹ ਮੋਹ ਲੁੱਟਦਾ ਹੈ। ਕਾਮ, ਕਾਮਨਾ ਦੁਆਰਾ ਤੁਹਾਡਾ ਧਿਆਨ ਬਾਹਰ ਜਾਂਦਾ ਹੈ। ਲੋਭ, ਹੋਰ ਚਾਹੀਦਾ ਧਨ, ਹੋਰ ਚਾਹੀਦੇ ਪਦਾਰਥ, ਹੋਰ ਚਾਹੀਦਾ ਜੇ, ਹੋਰ ਚਾਹੀਦਾ ਉਹ ਬਾਹਰ ਖਿੱਚਦਾ ਹੈ ਤੁਹਾਨੂੰ। ਤੁਹਾਡਾ ਧਿਆਨ ਇਹ ਬਾਹਰ ਲੈ ਕੇ ਜਾਂਦੇ ਹਨ। ਅਲੱਗ-ਅਲੱਗ ਢੰਗ ਨਾਲ ਬਾਹਰ ਧਿਆਨ ਜਾ ਰਿਹਾ ਹੈ ਅਤੇ ਉਹਨਾਂ ਦੇ ਨਾਮ ਰੱਖੇ ਹੋਏ ਹਨ। ਇਹ ਕੋਈ ਸਥੂਲ ਚੀਜ਼ਾਂ ਨਹੀਂ ਹਨ, ਖਿਆਲ ਵਿੱਚ ਰੱਖਿਓ। ਤੇ ਬਾਹਰ ਜਾਂਦਾ ਧਿਆਨ, ਤੇ ਜਦੋਂ ਤੁਹਾਡੇ ਤੋਂ ਬਾਹਰ ਤੁਸੀਂ ਜਾ ਰਹੇ ਹੋ ਉਦੋਂ ਲੁੱਟੇ ਜਾ ਰਹੇ ਹੋ। ਧਿਆਨ ਹੀ ਤੁਹਾਡਾ ਬਾਹਰ ਜਾ ਰਿਹਾ ਹੈ ਤੇ ਲੁੱਟੇ ਜਾ ਰਹੇ ਤੁਸੀਂ। ਧਿਆਨ ਹੀ ਤੁਹਾਡੀ ਸੰਪਦਾ ਹੈ, ਧਿਆਨ ਹੀ ਤੁਹਾਡੀ ਪੂੰਜੀ ਹੈ। ਤੁਸੀਂ ਸੰਸਾਰ ਦੇ ਵਿੱਚ, ਅਸਤ ਵਿੱਚ ਇਸ ਧਿਆਨ ਨੂੰ ਲਾ ਕੇ ਤੇ ਅੰਦਰੋਂ ਖਾਲੀ ਹੋ ਜਾਂਦੇ ਹੋ। ਤੇ ਜਦੋਂ ਖਾਲੀ ਹੋ ਜਾਂਦੇ ਹੋ ਫਿਰ ਪਰੇਸ਼ਾਨ ਹੁੰਦੇ ਹੋ। ਖਾਲੀ ਖਾਲੀ ਮਹਿਸੂਸ ਹੁੰਦਾ ਹੈ, ਮੇਰੇ ਕੋਲ ਕੁਝ ਵੀ ਨਹੀਂ। ਤੇ ਤੁਸੀਂ ਆਪਣੇ ਆਪ ਨੂੰ ਦੀਨਹੀਨ ਸਮਝਦੇ ਹੋ, ਕਿਉਂਕਿ ਖਾਲੀ ਜੋ ਹੋ ਗਈ। ਤੇ ਅੰਦਰੋਂ ਧਿਆਨ ਬਾਹਰ ਲੱਗਦਾ ਹੈ। ਤੇ ਅਗਰ ਸਾਧ ਸੰਗਤ ਦੇ ਵਿੱਚ ਕੋਈ ਵੀ ਬਾਹਰੋਂ ਛੁੱਟਿਆ ਨਾ ਹੋਵੇ, ਜ਼ਿਆਦਾਤਰ ਪ੍ਰਚਾਰਕ ਵੀ, ਸਾਧੂ ਮਹਾਤਮਾ ਵੀ, ਖਿਆਲ ਵਿੱਚ ਰੱਖਿਓ, ਸੰਸਾਰ ਨਾਲ ਹੀ ਜੁੜੇ ਹੋਏ ਹਨ। ਜਦੋਂ ਉਹ ਕੋਈ ਗੱਲ ਕਰਦੇ ਹਨ, ਇਸ ਢੰਗ ਨਾਲ ਕਰਦੇ ਹਨ, ਤੁਹਾਨੂੰ ਸੰਸਾਰ ਤੋਂ ਤੋੜਦੇ ਨਹੀਂ। ਕੋਈ ਕਥਾ ਵਾਰਤਾ ਸੁਣ ਸਕਦੇ ਹੋ, ਉਹ ਅਰਥ ਵੀ ਇਸ ਢੰਗ ਨਾਲ ਕਰਨਗੇ, ਸੰਸਾਰ ਨਾਲੋਂ ਨਾ ਤੋੜਨਗੇ। ਤੇ ਜਿੰਨਾ ਚਿਰ ਸੰਸਾਰ ਨਾਲੋਂ ਟੁੱਟੇ ਨਾ, ਧਿਆਨ ਹਟੂ ਕਿਵੇਂ? ਧਿਆਨ ਹਟਾਉਣਾ ਹੈ ਨਾ, ਤੇ ਜਿਹਦਾ ਧਿਆਨ ਆਪਣਾ ਹੀ ਸੰਸਾਰ ਵਿੱਚ ਲੱਗਾ ਹੋਇਆ ਹੈ, ਸੰਸਾਰ ਵਾਸਤੇ ਹੀ ਉਹ ਬੋਲ ਰਿਹਾ ਹੈ। ਹੁਣ ਕਥਾ ਕਰਦੇ ਹਨ, ਕਥਾਵਾਚਕ ਸੰਸਾਰ ਵਾਸਤੇ ਪਰਿਵਾਰ ਪਾਲਣਾ ਹੈ, ਧਨ ਚਾਹੀਦਾ ਹੈ ਉਹਨਾਂ ਨੂੰ, ਅਤੇ ਵੱਧ ਤੋਂ ਵੱਧ ਸਰੋਤੇ ਹੋਣਗੇ ਤਾਂ ਹੀ ਉਹਨਾਂ ਦਾ ਕੰਮ ਚੱਲੇਗਾ। ਇੱਦਾਂ ਹੀ ਕੀਰਤਨੀਏ ਹਨ, ਰਾਗੀ ਢਾਡੀ ਹਨ, ਸਾਰੇ ਧਾਰਮਿਕ ਲੋਕ ਹਨ ਜਿਹੜੇ ਧਾਰਮਿਕ ਪ੍ਰਚਾਰ ਕਰਦੇ ਹਨ। ਪੁਰਾਣੇ ਸਮਿਆਂ 'ਚ ਪੰਡਤ ਸਨ, ਹੁਣ ਉਹ ਵੇਦ ਸ਼ਾਸਤਰ ਪੜ੍ਹਦੇ ਸਨ, ਕਿੰਨਾ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦੇ ਸਨ, ਪਰ ਧਿਆਨ ਤਾਂ ਉਹਨਾਂ ਦਾ ਸੰਸਾਰ ਵਿੱਚ ਹੀ ਜੁੜਿਆ ਹੋਇਆ ਅਤੇ ਸੰਸਾਰ ਵਿੱਚ ਹੀ ਜੋੜਦੇ ਸਨ। ਉਹ ਧਾਰਮਿਕ ਉਪਦੇਸ਼ ਪੜ੍ਹ ਕੇ ਵੀ ਸੰਸਾਰ ਵਿੱਚ ਜੋੜਦੇ ਸਨ। ਇੱਦਾਂ ਹੀ ਤਾਂ ਹੋ ਰਿਹਾ ਹੈ। ਹੁਣ ਜਿਹੜਾ ਭਾਵੇਂ ਪਾਠ ਵੀ ਕਰਦਾ ਹੈ, ਗ੍ਰੰਥੀ ਸਿੰਘ ਪਾਠ ਕਰ ਰਿਹਾ ਹੈ, ਪਰ ਉਹ ਆਪ ਮੁਕਤ ਥੋੜ੍ਹੀ ਹੈ। ਪਾਠ ਕਰਦਾ ਸੰਸਾਰ ਵਾਸਤੇ, ਧਨ ਵਾਸਤੇ, ਪਰਿਵਾਰ ਪਾਲਣਾ ਉਹਦੀ ਤੇ ਨੌਕਰੀ। ਤੇ ਜਿਹੜਾ ਆਪ ਮੁਕਤ ਨਹੀਂ ਹੈ ਸੰਸਾਰ ਤੋਂ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਹੀ ਮੁਕਤ ਕਰ ਸਕਦਾ ਹੈ। ਤੇ ਜਿਨ੍ਹਾਂ ਦੀ ਤੁਸੀਂ ਸੰਗਤ ਕਰਦੇ ਹੋ, ਅਗਰ ਉਹ ਮੁਕਤ ਨਹੀਂ ਹਨ, ਬਹੁਤੇ ਲੋਕ ਤੇ ਸੰਸਾਰ ਦੀਆਂ ਲੋੜਾਂ ਕਰਕੇ ਹੀ ਸੰਗਤ ਕਰਦੇ ਹਨ। ਕਿਸੇ ਦੀ ਇੱਛਾ ਪੂਰਤੀ ਹੋ ਜਾਂਦੀ ਹੈ, ਕਿਸੇ ਦੀ ਚਾਹਤ ਪੂਰੀ ਹੋ ਜਾਂਦੀ ਹੈ। ਤੇ ਧਾਰਮਿਕ ਲੋਕ ਕਰਦੇ ਵੀ ਇਉਂ ਹਨ। ਇਸ ਸਥਾਨ 'ਤੇ ਆਣ ਕੇ ਚੌਂਕੀਆਂ ਭਰੋ, ਪੂਰਨਮਾਸੀ ਦੇ ਇਸ਼ਨਾਨ ਕਰੋ, ਕੋਈ ਮੱਸਿਆ ਦੇ ਇਸ਼ਨਾਨ ਕਹਿ ਦਿੰਦਾ ਹੈ, ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਤੇ ਬਹੁਤੇ ਲੋਕ ਸੰਸਾਰ ਦੀਆਂ ਇੱਛਾਵਾਂ ਕਰਕੇ ਹੀ ਸਾਧ ਸੰਗ ਕਰ ਰਹੇ, ਤੇ ਸਾਧ ਸੰਗ ਥੋੜ੍ਹੀ ਹੋ ਰਹੀ। ਉਹਨੂੰ ਸਾਧ ਸੰਗ ਕਹਿਣਾ ਹੀ ਨਹੀਂ ਚਾਹੀਦਾ। ਹੁਣ ਤਾਂ
ਲੋੜਾਂ ਮੁਤਾਬਕ ਸੰਸਾਰ ਦਾ ਹੀ ਸੰਗ ਹੈ। ਉਹ ਤਾਂ ਇਕੱਠ ਹੋ ਗਿਆ, ਇਕੱਠ ਹੁੰਦੇ ਹਨ ਜ਼ਿਆਦਾ, ਜਿਵੇਂ ਮੇਲੇ ਗੇਲੇ ਹੋ ਜਾਂਦੇ ਹਨ, ਮੇਲਿਆਂ ਦੇ ਵਿੱਚ ਇਕੱਠ ਹੁੰਦੇ ਹਨ, ਇੱਦਾਂ ਇਕੱਠ ਹੁੰਦਾ ਹੈ। ਅਤੇ ਲੋਕ ਉਹਨੂੰ ਸਾਧ ਸੰਗ ਕਹਿੰਦੇ ਹਨ ਜਿਹੜਾ ਬਾਹਰ ਲੋਕ ਕਰ ਰਹੇ ਹਨ। ਤੋ ਸਾਧ ਸੰਗ ਨਹੀਂ ਹੈ। ਖਿਆਲ ਵਿੱਚ ਰੱਖਿਓ, ਜਿਹੜਾ ਅਜੇ ਬਾਹਰ ਸੰਸਾਰ ਦੇ ਵਿੱਚ ਜੁੜਿਆ ਹੋਇਆ ਹੈ, ਉਹ ਭਾਵੇਂ ਉਪਦੇਸ਼ ਪੜ੍ਹ ਕੇ ਵੀ ਤੁਹਾਨੂੰ ਅਰਥ ਕਰਕੇ ਵੀ ਸੁਣਾ ਰਿਹਾ ਹੋਵੇ, ਉਹ ਵੀ ਇਸ ਢੰਗ ਨਾਲ ਸੁਣਾਵੇਗਾ ਵੀ ਨਾ ਉਹ ਆਪ ਮੁਕਤ ਹੋਇਆ ਹੈ, ਨਾ ਦੂਸਰੇ ਨੂੰ ਕਰ ਸਕਦਾ ਹੈ। ਅਤੇ ਬਹੁਤ ਲੋਕ ਇਹਨਾਂ ਇਕੱਠਾਂ ਨੂੰ ਸਾਧ ਸੰਗ ਸਮਝਦੇ ਹਨ। ਸਾਧ ਸੰਗ ਹੁੰਦਾ ਕਿਵੇਂ ਹੈ ਫਿਰ? ਖਿਆਲ ਵਿੱਚ ਰੱਖਿਓ, ਐਸਾ ਨਹੀਂ ਹੈ ਕਿ ਸਤਿਪੁਰਸ਼ਾਂ ਕੋਲ ਜਾ ਕੇ ਹੀ ਕੋਈ ਸਾਧ ਸੰਗੀ ਹੋ ਜਾਂਦਾ ਹੋ। ਉਹਨਾਂ ਕੋਲ ਵੀ ਰਹੇ ਸਨ ਬਹੁਤ, ਨਹੀਂ ਜਿਨ੍ਹਾਂ ਨੂੰ ਹੋਇਆ ਹੀ ਨਹੀਂ ਕੁਛ ਵੀ, ਜਿਵੇਂ ਪ੍ਰਿਥੀ ਚੰਦ ਹੈ, ਪ੍ਰਿਥੀ ਚੰਦ ਵਰਗੇ ਬਹੁਤ ਹੋਣਗੇ। ਅਤੇ ਸਤਿਪੁਰਸ਼ਾਂ ਕੋਲ ਵੀ ਸਤਸੰਗ ਨਹੀਂ ਹੁੰਦਾ ਹੈ। ਇਹ ਪੰਜ ਜਿਹੜੇ ਹਨ, ਇਹਨਾਂ ਤੋਂ ਛੁਟਕਾਰਾ ਨਹੀਂ ਹੁੰਦਾ ਹੈ। ਕਿਉਂ ਨਹੀਂ ਹੁੰਦਾ ਹੈ, ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਕਹਿੰਦੇ ਹਨ ਕਰ ਕਿਰਪਾ ਮੋਹਿ ਸਾਰੰਗ ਪਾਣ, ਸੰਤਨ ਧੂਰ ਸਰਬ ਨਿਧਾਨ, ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਕਹਿੰਦੇ ਹਨ ਜਿਹੜੇ ਜਾਗੇ ਹੋਏ ਹਨ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਹਨ ਸੰਤ ਜਨ, ਉਹਨਾਂ ਕੋਲ ਇੱਕ ਖਜ਼ਾਨਾ ਹੈ। ਤੋ ਉਸ ਖਜ਼ਾਨੇ ਨੂੰ ਪਹਿਲਾਂ ਪ੍ਰਾਪਤ ਕਰਨਾ ਹੈ। ਉਹ ਖਜ਼ਾਨਾ ਹੈ ਧੂੜ ਦਾ। ਸੰਤਨ ਧੂਰ ਸਰਬ ਨਿਦਾਨ। ਪਹਿਲਾਂ ਉਹ ਖਜ਼ਾਨੇ ਨੂੰ ਪ੍ਰਾਪਤ ਕਰਨਾ ਜਿਹੜਾ ਉਹਨਾਂ ਕੋਲ ਹੈ, ਧੂੜੀ ਦਾ ਖਜ਼ਾਨਾ, ਧੂੜ ਹੋਣਾ ਹੈ। ਹੁਣ ਧੂੜ ਹੋਣਾ ਕਿਵੇਂ ਹੈ? ਕਈ ਸਮਝ ਲੈਂਦੇ ਹਨ, ਕਰਦੇ ਵੀ ਹਨ। ਕੋਈ ਸਾਧੂ ਮਹਾਤਮਾ ਹੈ, ਉਹ ਜਿਹੜੇ ਮਾਰਗ ਥਾਣੀ ਗੁਜ਼ਰਿਆ, ਰਸਤੇ ਥਾਣੀ ਗੁਜ਼ਰਿਆ, ਉਹਦੇ ਪੈਰਾਂ ਦੀ ਧੂੜ ਚੱਕ ਕੇ ਉਹ ਮੱਥੇ ਨੂੰ ਲਾ ਲੈਂਦੇ। ਉਵੇਂ ਧੂੜ ਨਹੀਂ ਹੋਣਾ ਹੈ। ਧੂੜ ਹੋਣਾ ਹੈ ਇਉਂ ਸਮਝ ਲਵੋ, ਜਿਵੇਂ ਛੋਟਾ ਬੱਚਾ ਪੜ੍ਹਦਾ ਹੈ ਟੀਚਰ ਕੋਲ, ਮਾਸਟਰ ਕੋਲ, ਤਾਂ ਉਹਨੂੰ ਦੱਸਿਆ ਜਾਂਦਾ ਹੈ ਵੀ ਇਹ ਮਾਸਟਰ, ਇਹ ਟੀਚਰ, ਇਹ ਤੇਰੇ ਗੁਰੂ ਹਨ, ਇਹ ਸਿਕਸ਼ਕ ਹਨ। ਇਹਨਾਂ ਦਾ ਸਤਿਕਾਰ ਕਰਨਾ, ਆਦਰ ਕਰਨਾ, ਇਹਨਾਂ ਨੂੰ ਨਮਸਕਾਰ ਕਰਨਾ, ਪੈਰੀਂ ਹੱਥ ਲਾਉਣਾ। ਇਹਨਾਂ ਕੋਲ ਬਹੁਤ ਗਿਆਨ ਹੈ, ਗਿਆਨ ਲੈਣਾ ਹੈ ਅਤੇ ਇਹਨਾਂ ਦੀ ਗੱਲ ਮੰਨਣੀ, ਜੋ ਕਹਿੰਦੇ ਹਨ। ਇਹੋ ਹੀ ਹੈ ਨਾ ਧੂੜ ਹੋਣ। ਅਤੇ ਬੱਚਾ ਅਗਰ ਧੂੜ ਹੋਣ ਨੂੰ ਤਿਆਰ ਹੈ, ਮਾਸਟਰ ਦੀ ਹਰ ਗੱਲ ਮੰਨਣ ਨੂੰ ਤਿਆਰ ਹੈ, ਅਤੇ ਤਾਂ ਹੀ ਉਹ ਸਿਕਸ਼ਾ ਲੈ ਸਕਦਾ ਹੈ ਉਹਦੇ ਕੋਲ। ਜੇ ਮੰਨੇ ਹੀ ਨਾ ਤਾਂ ਉੱਦਾਂ ਪੈਰੀਂ ਹੱਥ ਲਾਈ ਜਾਵੇ, ਉਹਨਾਂ ਦੇ ਚਰਨਾਂ ਦੀ ਧੂੜ ਲਾਈ ਜਾਵੇ ਮੱਥੇ ਨੂੰ, ਗੱਲ ਮੰਨੇ ਨਾ, ਪੜ੍ਹ ਨਹੀਂ ਨਾ ਸਕਦਾ। ਇਹ ਤਾਂ ਚਲੋ ਬਾਹਰ ਦੀ ਵਿੱਦਿਆ ਹੈ। ਟੀਚਰ ਨੂੰ ਤੁਸੀਂ ਪੈਸੇ ਦਿੰਦੇ ਹੋ ਅਤੇ ਬੱਚੇ ਨੂੰ ਪੜ੍ਹਾਉਂਦੇ ਹੋ, ਅਤੇ ਬੱਚੇ ਨੂੰ ਕਿਹਾ ਵੀ ਜਾਂਦਾ ਹੈ ਵੀ ਇੰਨੀ ਫੀਸ ਦਿੰਦੇ ਹਾਂ, ਇੰਨਾ ਖਰਚਾ ਹੈ, ਤੂੰ ਪੜ੍ਹਨਾ ਹੀ ਪੜ੍ਹਨਾ ਹੈ। ਤੋ ਪੜ੍ਹ ਜਾਂਦਾ ਹੈ, ਕਿਉਂਕਿ ਇਹ ਬਾਹਰੀ ਵਿੱਦਿਆ ਹੈ।
ਸੰਸਾਰ ਦਾ ਗਿਆਨ ਹੈ। ਇਹ ਸ਼ਰਧਾ ਨਾਮ ਹੀ ਹੋਵੇ ਤਾਂ ਵੀ ਪੜ੍ਹਿਆ ਜਾ ਸਕਦਾ ਹੈ, ਪਰ ਅਧਿਆਤਮਿਕ ਗਿਆਨ ਬਿਨਾਂ ਸ਼ਰਧਾ ਤੋਂ ਨਹੀਂ ਹੁੰਦਾ ਹੈ। ਇਹ ਜਿਹੜਾ ਸਤਸੰਗ ਹੈ ਨਾ, ਇਹ ਬਿਨਾਂ ਸ਼ਰਧਾ ਤੋਂ ਨਹੀਂ ਹੁੰਦਾ ਹੈ। ਫਿਰ ਇਸੇ ਧਨ ਦਾ ਉਪਯੋਗ ਵੀ ਜਿਹੜਾ ਹੈ ਨਾ, ਅਗਰ ਤੁਸੀਂ ਉਹ ਕਰੋਗੇ ਫਿਰ ਵੀ ਨਹੀਂ ਹੋਵੇਗਾ। ਖਿਆਲ ਵਿੱਚ ਰੱਖਣਾ ਹੈ। ਇਹ ਸੱਤ ਜੋ ਹੈ ਨਾ, ਇਹ ਧਨ ਦੁਆਰਾ ਨਹੀਂ ਮਿਲਦਾ ਹੈ। ਦਰਬ ਸਿਆਣਪ ਨਾ ਹੋਏ ਰਹਿਤ, ਨਾ ਸਮਝਦਾਰੀ ਕਰਕੇ ਤੁਸੀਂ ਸਤਸੰਗ ਸਾਧ ਸੰਗ ਕਰ ਸਕਦੇ। ਤੁਸੀਂ ਜ਼ਿਆਦਾ ਸਮਝਦਾਰ ਹੋ ਜਾਂ ਜ਼ਿਆਦਾ ਧਨੀ ਹੋ। ਹਾਂ, ਜਿਹੜੇ ਸੰਸਾਰ ਨਾਲ ਜੁੜੇ ਹੋਏ ਹਨ ਉਹ ਧਨੀਆਂ ਦਾ ਸਤਿਕਾਰ ਕਰਦੇ ਹਨ, ਕਿਉਂਕਿ ਉਹਨਾਂ ਦੀ ਧਨ ਦੀ ਇੱਛਾ ਹੁੰਦੀ ਹੈ, ਪ੍ਰਭੁਤਾ ਦੀ ਇੱਛਾ ਹੁੰਦੀ ਹੈ। ਉਹ ਧਨ ਵੱਲ ਧਿਆਨ ਹੁੰਦਾ ਹੈ। ਉਹਨਾਂ ਨੂੰ ਧਨ ਦੇ ਕੇ ਤੁਸੀਂ ਖੁਸ਼ ਕਰ ਸਕਦੇ ਹੋ। ਜਿਹੜੇ ਸੰਸਾਰ ਦੇ ਵਿੱਚ ਜੁੜੇ ਹੋਏ ਹਨ ਸਾਧੂ ਮਹਾਤਮ, ਤੋਂ ਵੀ ਅਰਦਾਸਾਂ ਕਰ ਦਿੰਦੇ ਹਨ ਤੁਹਾਡਾ ਕਾਰੋਬਾਰ ਚੰਗਾ ਚੱਲੇ, ਕਾਰੋਬਾਰ 'ਚ ਤਰੱਕੀਆਂ ਹੋਣ। ਪਰ ਸਤ ਪੁਰਸ਼ ਨੂੰ ਐਸਾ ਥੋੜ੍ਹੀ ਤੁਸੀਂ ਝੁਠਲਾ ਸਕਦੇ ਹੋ। ਉਹਨੂੰ ਧਨ ਦੁਆਰਾ ਖੁਸ਼ ਨਹੀਂ ਕੀਤਾ ਜਾ ਸਕਦਾ, ਨਾ ਸਿਆਣਪ ਦੁਆਰਾ ਖੁਸ਼ ਕੀਤਾ ਜਾ ਸਕਦਾ। ਬੜੇ ਬੜੇ ਸਿਆਣੇ ਹੋਏ, ਜਿਵੇਂ ਭਾਈ ਨੰਦ ਲਾਲ ਜੀ ਸੀ, ਗੁਰੂ ਗੋਬਿੰਦ ਸਿੰਘ ਨੂੰ ਖੁਸ਼ ਨਹੀਂ ਕਰ ਸਕਦੇ, ਨਾ ਕੋਈ ਧਨੀ ਕਰ ਸਕਦਾ, ਕਿਉਂਕਿ ਧਨ ਦੁਆਰਾ ਵੀ ਨਹੀਂ ਮਿਲਦਾ। ਇਹ ਪਦਾਰਥ ਵਿਨਮਰ ਹੋ ਕੇ ਮਿਲਦਾ ਹੈ। ਹੁਣ ਬਹੁਤੇ ਧਾਰਮਿਕ ਸਥਾਨਾਂ 'ਤੇ, ਜਿਵੇਂ ਮੈਂ ਕਿਹਾ ਹੈ, ਸਤਸੰਗ ਹੁੰਦਾ ਹੈ, ਸਾਧ ਸੰਗ, ਉੱਥੇ ਫੀਸ ਲਈ ਜਾਂਦੀ ਹੈ। ਜਿਹੜੇ ਨਹੀਂ ਵੀ ਲੈਂਦੇ ਹਨ ਉਹ ਵੀ ਕਿਸੇ ਢੰਗ ਦੇ ਨਾਲ ਕਢਾਉਂਦੇ ਹਨ। ਤੋ ਸਾਧ ਸੰਗ ਨਹੀਂ ਹੈ, ਉਹ ਸਤਸੰਗ ਨਹੀਂ ਹੈ। ਖਿਆਲ ਵਿੱਚ ਰੱਖਣਾ, ਸਤਸੰਗ ਤੇ ਉਦੋਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਸਤਪੁਰਸ਼ ਕੋਲ ਬੈਠ ਕੇ ਮਿਟਣ ਨੂੰ ਤਿਆਰ ਹੋ। ਸ਼ੂਦਰ ਨੂੰ ਦੇ ਕੇ ਤੁਸੀਂ ਸਤਸੰਗ ਥੋੜ੍ਹੀ ਪਾ ਸਕਦੇ ਹੋ।